ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 13ਵੀਂ ਪਦ ਦੂਜਾ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਹੀ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ 'ਤੇ ਇੰਨਾ ਸਿਆਣਾ ਨਹੀਂ ਹੈ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਜਿਹੜਾ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਨੂੰ ਸਮਝ ਸਕੇ। ਗੁਰੂ ਮਹਾਰਾਜ ਜਿੰਨੀ ਕਿਰਪਾ ਕਰਦੇ ਹਨ ਓਨਾ ਪ੍ਰਾਣੀ ਵਿਚਾਰ ਕਰ ਸਕਦਾ ਹੈ, ਓਨਾ ਹੀ ਬੋਲ ਸਕਦਾ ਹੈ, ਓਨਾ ਹੀ ਸੁਣ ਸਕਦਾ ਹੈ। ਉਹਦੀ ਮਿਹਰ ਦੇ ਨਾਲ ਹੀ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਸਮਝ ਸਕਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਸਾਨੂੰ ਅੰਮ੍ਰਿਤ ਰੂਪੀ ਸੁੱਖਾਂ ਦੀ ਮਿਹਰ ਕੀਤੀ ਹੈ। ਇਸ ਖਲਾ ਨੂੰ, ਇਸ ਸਿਸਟਮ ਨੂੰ ਸਮਝਣ ਦੇ ਲਈ ਅਪਾਰ ਕਿਰਪਾ ਕੀਤੀ ਹੈ। ਸੱਚੇ ਪਾਤਸ਼ਾਹ ਨੇ ਪ੍ਰਭੂ ਦੀ ਮਹਿਮਾ, ਵਡਿਆਈ, ਸੰਤ ਲੋਕ ਜਿਹੜੇ ਉਹਦੇ ਸੇਵਕ ਹਨ, ਜਿਨ੍ਹਾਂ ਉੱਤੇ ਉਹ ਟੁੱਟ ਜਾਂਦਾ ਹੈ, ਉਹਨਾਂ ਦੀ ਬੇਸ਼ੁਮਾਰ ਮਹਿਮਾ ਕੀਤੀ ਹੈ। ਉਹਨਾਂ ਨੂੰ ਪ੍ਰਭੂ ਦਾ ਰੂਪ ਹੀ ਗਰਦਾਨਿਆ ਹੈ। ਜੋ ਕੁਛ ਪ੍ਰਭੂ ਦੇ ਕੋਲ ਹੈ ਉਹਦਾ ਇੰਨਾ ਵਿਸ਼ਾਲ ਹਿਰਦਾ ਹੈ ਕਿ ਉਹ ਆਪਣਿਆਂ ਉੱਤੇ ਸਾਰਾ ਕੁਝ ਕੁਰਬਾਨ ਕਰ ਦਿੰਦਾ ਹੈ, ਨਿਸ਼ਾਵਰ ਕਰ ਦਿੰਦਾ ਹੈ, ਆਪਣੇ ਪਿਆਰਿਆਂ ਨੂੰ ਆਪਣਾ ਰੂਪ ਹੀ ਦੇ ਦਿੰਦਾ ਹੈ। ਸੱਚੇ ਪਾਤਸ਼ਾਹ ਨੇ ਉਹਨਾਂ ਪਿਆਰਿਆਂ ਨੂੰ ਸੰਤ, ਮਹਾਂਪੁਰਸ਼, ਜਨ, ਸੇਵਕ, ਦਾਸ ਕਰਕੇ ਸਾਨੂੰ ਸਮਝਾਇਆ ਹੈ। ਜਿਹੜੇ ਉਹਨਾਂ ਇਨਸਾਨਾਂ ਦੀ ਨਿੰਦਿਆ ਕਰਦੇ ਹਨ, ਉਹਨਾਂ ਦਾ ਮਜ਼ਾਕ ਉਡਾਉਂਦੇ ਹਨ, ਉਹਨਾਂ ਨੂੰ ਜਲੀਲ ਕਰਦੇ ਹਨ, ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਸੰਤਾਂ ਦੇ ਦੋਖੀ, ਸੰਤ ਕੇ ਦੂਖਨ ਕਹਿ ਕੇ ਉਹਨਾਂ ਦੀ ਥਾਂ, ਉਹਨਾਂ ਦੀ ਮਨ ਮੁਖਤਾ ਜਿੱਥੇ ਉਹ ਚਾਹੀਦੇ ਹਨ ਉਸ ਜਗ੍ਹਾ ਨੂੰ ਸਾਨੂੰ ਸਮਝਾਇਆ ਹੈ। ਬੇਸ਼ੱਕ ਉਹ ਥੋੜ੍ਹੇ ਸਮੇਂ ਦੇ ਲਈ ਦੁਨੀਆ ਨੂੰ, ਉਹਨਾਂ ਨੂੰ ਦੁਨੀਆ ਅੱਗੇ ਭੰਡ ਸਕਦੇ ਹਨ, ਕਿਉਂਕਿ ਦੁਨੀਆ ਤਮਾਸ਼ਬੀਨ ਹੈ। ਸੰਸਾਰ ਹਰ ਰੋਜ਼ ਕੋਈ ਨਵਾਂ ਨਾਟਕ ਦੇਖਣਾ ਚਾਹੁੰਦਾ ਹੈ, ਕਿਸੇ ਉੱਤੇ ਹੱਸਣਾ ਚਾਹੁੰਦਾ ਹੈ। ਬੇਸ਼ੱਕ ਉਹ ਲੋਕ ਜਿਹੜੇ ਸੰਤਾਂ ਨੂੰ ਭੰਡਦੇ ਹਨ ਕੁਝ ਸਮੇਂ ਦੇ ਲਈ ਆਪਣਾ ਰੂਪ ਆਪਣੇ ਆਪ ਵਿੱਚ ਪ੍ਰਭੂ ਦੇ ਸ਼ਰੀਕ ਬਣ ਜਾਂਦੇ ਹਨ, ਪਰ ਪਿੱਛੇ ਉਹਨਾਂ ਨੂੰ ਪਛਤਾਉਣਾ ਪੈਂਦਾ ਹੈ, ਕਿਉਂਕਿ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਪ੍ਰਭੂ ਦਾ ਬਾਸਾ ਗਰੀਬਾਂ ਦੇ ਹਿਰਦੇ ਦੇ ਵਿੱਚ ਦੱਸਿਆ ਹੈ ਕਿ ਮੈਨੂੰ ਗਰੀਬ ਇੰਨੇ ਪਿਆਰੇ ਲੱਗਦੇ ਹਨ ਕਿ ਮੈਂ ਉਹਨਾਂ ਦਾ ਸੰਗੀ ਸਾਥੀ ਹਾਂ। ਮੇਰੀ ਹੰਕਾਰੀਆਂ, ਨਿੰਦਕਾਂ, ਧਨਾਢਾਂ ਦੇ ਨਾਲ ਕੋਈ ਸਾਂਝ ਨਹੀਂ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾਉਂਦੇ ਹਨ, ਸੰਤ ਕੈ ਦੂਖਨ ਤੇ ਮੁਖ ਭਵੈ। ਤੁਸੀਂ ਆਮ ਤੌਰ 'ਤੇ ਦੇਖਿਆ ਹੋਵੇਗਾ ਇਸ ਸੰਸਾਰ ਦੇ ਵਿੱਚ ਕਈ ਲੋਕ ਸਿੱਧੇ ਮੂੰਹ ਵਾਲੇ ਹੁੰਦੇ ਹਨ, ਸੋਹਣੇ ਲੱਗਦੇ ਹਨ, ਕਈਆਂ ਦਾ ਮੂੰਹ ਬਿੱਗਾ ਹੋ ਜਾਂਦਾ ਹੈ ਕੁਦਰਤ ਦੀ ਕਰੋਪੀ ਦੇ ਨਾਲ। ਸਿੱਧਾ ਤੁਰਦੇ ਹਨ,
ਟੇਢਾ ਦੇਖਦੇ ਹਨ। ਟੇਢਾ ਹੀ ਉਹਨਾਂ ਦਾ ਮੂੰਹ ਹੈ। ਬਦਸੂਰਤ ਬਣ ਜਾਂਦੇ ਹਨ। ਹਰ ਛਿਨ ਹਰ ਪਲ ਕੋਸ਼ਿਸ਼ ਕਰਦੇ ਰਹਿੰਦੇ ਹਨ ਕਿ ਉਹ ਸਮਾਨ ਹੋ ਜਾਣ, ਲੋਕਾਂ ਨੂੰ ਸਿੱਧੇ ਲੱਗਣ, ਪਰ ਉਹਨਾਂ ਨੇ ਇੰਨਾ ਉਲਟਾ ਰਸਤਾ ਅਪਣਾਇਆ ਹੁੰਦਾ ਹੈ। ਨਿੰਦਿਆ ਕਰ ਕਰਕੇ ਉਹਨਾਂ ਗੁਰੂ ਦੇ ਪਿਆਰਿਆਂ ਦੀ ਤੇ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਇਹ ਸਜ਼ਾ ਦਿੱਤੀ ਹੈ ਕਿ ਉਹ ਬਿੰਗਾ ਮੂੰਹ ਲੈ ਕੇ ਹੀ ਲੋਕਾਂ ਦੇ ਸਾਹਮਣੇ ਜਾਣ। ਸੰਤ ਕਹਿ ਦੂਖਨ ਕਾਗ ਜਿਉ ਲਵੇ। ਕਾਂ 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 ਮਸ਼ਹੂਰ ਹੈ। ਸਾਡੇ ਪੰਜਾਬ ਦੇ ਵਿੱਚ ਕਾਂ ਨੂੰ ਇੱਕ ਦਰਕਾਰਿਆ ਹੋਇਆ ਪੰਛੀ ਗਰਦਾਨਿਆ ਗਿਆ ਹੈ, ਕਿਉਂਕਿ ਉਹਦਾ ਸੁਭਾਅ ਹੈ, ਜੇ ਕਿਸੇ ਲਵੇਰੀ ਦੇ ਪਸ਼ੂ ਦੇ ਬਲਦ ਦੇ ਕੋਈ ਸੱਟ ਲੱਗ ਜਾਵੇ ਤਾਂ ਕਾਂ ਉਸ ਜਗ੍ਹਾ ਉੱਤੇ ਠੁੱਗਾ ਮਾਰਦਾ ਹੈ, ਦੁਖੀ ਕਰਦਾ ਹੈ, ਫਿਰ ਰੌਲਾ ਪਾਉਂਦਾ ਹੈ ਬੜੀ ਬਦਸੂਰਤ ਆਵਾਜ਼ ਦੇ ਵਿੱਚ, ਕਿਉਂਕਿ ਖਾਣਾ ਵੀ ਉਹਦਾ ਬੇਸੁਰਾ ਹੈ, ਬੋਲਣਾ ਵੀ ਉਹਦਾ ਬੇਸੁਰਾ ਹੈ। ਸੱਚੇ ਪਾਤਸ਼ਾਹ ਨੇ ਉਹਨੂੰ ਇੱਕ ਲੰਬੀ ਉਮਰ ਦੇ ਕੇ ਸਜ਼ਾ ਦਿੱਤੀ ਹੋਈ ਹੈ। ਸੱਚੇ ਪਾਤਸ਼ਾਹ ਇਸ ਪਦ ਦੇ ਵਿੱਚ ਅੱਗੇ ਚੱਲ ਕੇ ਸੱਪ ਦੀ ਵੀ ਗੱਲ ਕਰਦੇ ਹਨ। ਸੱਪ ਤੇ ਕਾਂ ਦੋਨੇ ਪੰਛੀ ਜਾਨਵਰ ਇਸ ਪਦ ਦੇ ਵਿੱਚ ਜ਼ਿਕਰਯੋਗ ਹਨ। ਸੱਪ ਤੇ ਕਾਂ ਦੀ ਉਮਰ ਬਹੁਤ ਜ਼ਿਆਦਾ ਹੁੰਦੀ ਹੈ। ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਸਾਨੂੰ ਮਿਹਰ ਕੀਤੀ ਹੈ ਕਿ ਇਹ ਦੋਨੇ ਜੀਵ ਲੱਖਾਂ ਕਰੋੜਾਂ ਸਾਲ ਜੀਂਦੇ ਹਨ। ਲੱਖਾਂ ਸਾਲ, ਕਿਉਂਕਿ ਇਹਨਾਂ ਨੂੰ ਕੁਦਰਤੀ ਮੌਤ ਨਹੀਂ ਆਉਂਦੀ। ਸਿਰਫ ਤੇ ਸਿਰਫ ਇਹਨਾਂ ਦਾ ਮਰਨਾ ਐਕਸੀਡੈਂਟਲ ਡੈਥ ਹੀ ਹੈ, ਜਾਂ ਸੱਪ ਇੱਕ ਦੂਸਰੇ ਨੂੰ ਖਾ ਜਾਂਦੇ ਹਨ, ਸੱਪ ਨੂੰ ਖਾਂਦਾ ਹੈ, ਤੇ ਕਾਂ ਆਪਣੇ ਚਰਿੱਤਰ ਕਰਕੇ ਬਹੁਤ ਸਾਰੇ ਬੈਰੀ ਬਣਾ ਲੈਂਦਾ ਹੈ, ਤੇ ਇਸ ਮਾਰ ਧਾੜ ਦੀ ਬਹੁਤ ਹੀ ਮਰਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹੈ ਕਿ ਜਿਹੜਾ ਦੁਸ਼ਟ ਪਾਪੀ ਭਗਤਾਂ ਦੀ ਨਿੰਦਿਆ ਕਰਦਾ ਹੈ, ਬੇਸਹਾਰਿਆਂ ਨੂੰ ਨਿੰਦਦਾ ਹੈ, ਉਹ ਕਾਂ ਦੀ ਤਰ੍ਹਾਂ ਕਾਂ ਕਰਕੇ ਕਰਲਾਉਂਦਾ ਰਹਿੰਦਾ ਹੈ, ਬੜਾ ਬੇਸੁਰਾ ਲੱਗਦਾ ਹੈ। ਸੰਤ ਕਹਿ ਦੂਖਨ ਸਰਫ ਜੋਨ ਪਾਏ। ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ, ਸੱਪ ਦੀ ਜੋਨ ਇੱਕ ਰੀਂਗਣ ਵਾਲਾ ਜਾਨਵਰ, ਜ਼ਹਿਰੀਲਾ, ਡਰ ਦੇਣ ਵਾਲਾ, ਲੋਕਾਂ ਦੀ ਨਜ਼ਰ ਦੇ ਵਿੱਚ ਕਦੇ ਵੀ ਨਾ ਮਿਲਣ ਵਾਲਾ ਇੱਕ ਭੈ ਹੈ। ਇਹਦੀ ਜੂਨ ਇੰਨੀ ਲੰਬੀ ਹੈ ਕਿ ਇਹ ਕੁਦਰਤੀ ਮੌਤ ਨਹੀਂ ਮਰਦਾ, ਸਿਰਫ ਤੇ ਸਿਰਫ ਮਾਰਿਆ ਜਾਂਦਾ ਹੈ ਐਕਸੀਡੈਂਟ ਦੇ ਨਾਲ। ਕਹਿੰਦੇ ਹਨ ਜਿੰਨਾ ਇਹ ਪੁਰਾਣਾ ਹੋਈ ਜਾਂਦਾ ਓਨਾ ਇਹ ਧਨ ਦਾ ਲੋਭੀ ਹੋਈ ਜਾਂਦਾ। ਵੱਡੇ ਵੱਡੇ ਮੰਦਿਰਾਂ ਦੇ ਵਿੱਚ ਜਿਹੜੇ ਉਹਨਾਂ ਦੇ ਖਜ਼ਾਨੇ ਹਨ,
ਅਕਸਰ ਉੱਥੇ ਵੱਡੇ ਵੱਡੇ ਨਾਗਾਂ ਦਾ ਪਹਿਰਾ ਹੁੰਦਾ ਹੈ। ਆਮ ਦੇਖਿਆ ਜਾਂਦਾ ਹੈ, ਲਿਟਦਾ ਹੈ ਦੌਲਤ ਦੇ ਉੱਤੇ, ਦੌਲਤ ਦੇ ਉੱਤੇ ਮਚਲਦਾ ਹੈ। ਇਹਦਾ ਸੁਭਾਅ ਹੈ, ਪਰ ਹਮੇਸ਼ਾ ਹੀ ਬੇਨਤੀ ਕਰਦਾ ਰਹਿੰਦਾ ਹੈ ਕਿ ਪ੍ਰੀਤਮ ਪਿਆਰੇ, ਮੈਨੂੰ ਇਸ ਜੋਨ ਤੋਂ ਮੁਕਤ ਕਰ ਦੇ, ਮੈਨੂੰ ਇੱਥੋਂ ਕੱਢ ਲੈ। ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਿੰਨੇ ਸੱਪ ਹਨ ਉਹ ਕਦੇ ਨਾ ਕਦੇ ਨਿੰਦਕ ਸੀ, ਨਿੰਦਿਆ ਕਰਦੇ ਰਹੇ, ਗਰੀਬਾਂ ਨੂੰ ਛਲਦੇ ਰਹੇ, ਮਜ਼ਲੂਮਾਂ ਉੱਤੇ ਮਜ਼ਾਕ ਕੱਸਦੇ ਰਹੇ ਤੇ ਅਖੀਰ ਦੇ ਵਿੱਚ ਸੱਪ ਬਣ ਗਏ ਜਾਂ ਕਾਂ ਬਣ ਗਏ। ਸੰਤ ਕੈ ਦੂਖਨ ਤਿਰਗਦ ਜੋਨ ਕਰਮਾਏ, ਘੜੀਸਣੇ ਵਾਲੀ ਜੋਨ। ਦੁਨੀਆ ਦੇ ਵਿੱਚ ਜੇ ਕੋਈ ਸਾਨੂੰ ਫੜ ਕੇ ਖਿੱਚਦਾ ਹੈ, ਬੁਰਾ ਲੱਗਦਾ ਹੈ, ਪਰ ਬਹੁਤ ਸਾਰੇ ਜੀਵ ਹਨ, ਜਿਵੇਂ ਸੱਪ ਵੀ ਹੈ, ਕੀੜੇ ਮਕੌੜੇ ਆਦਿ ਰੀਂਗਦੇ ਹਨ। ਜਦੋਂ ਪ੍ਰਾਣੀ ਬੇਬਸ ਹੋ ਜਾਂਦਾ ਹੈ, ਤੁਰ ਨਹੀਂ ਸਕਦਾ, ਲੱਤਾਂ ਜਵਾਬ ਦੇ ਦਿੰਦੀਆਂ ਹਨ, ਬਾਹਾਂ ਵੀ ਥੱਕ ਜਾਂਦੀਆਂ ਹਨ, ਫਿਰ ਉਹ ਕੋਸ਼ਿਸ਼ ਕਰਦਾ ਹੈ ਆਪਣੇ ਆਪ ਰੀਂਗਣ ਦੀ। ਬੜੀ ਤਕਲੀਫ ਵਾਲਾ ਸਮਾਂ ਹੈ, ਕਰੋਪੀ ਵਾਲਾ। ਪਰਮਾਤਮਾ ਅੱਗੇ ਦੁਆ ਕਰਦਾ ਹੈ ਕਿ ਮਿਹਰ ਕਰ। ਹਰ ਰੋਜ਼ ਹੀ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਜਿਹੜੇ ਸੰਤਾਂ ਨੂੰ ਭੰਡਦੇ ਹਨ, ਨਿੰਦਦੇ ਹਨ, ਉਹਨਾਂ ਨੂੰ ਸਜ਼ਾ ਮਿਲਦੀ ਹੈ ਕਿ ਉਹ ਕਾਂ, ਸੱਪ ਜਾਂ ਤਿਰਗਦ ਜੋਨ, ਰੀਂਗਣ ਵਾਲੀ ਜੋਨ ਦੇ ਵਿੱਚ ਉਹਨਾਂ ਨੂੰ ਸਰੀਰ ਮਿਲਦਾ ਹੈ। ਸੰਤਨ ਕੈ ਦੂਖਨ ਤ੍ਰਿਸ਼ਨਾ ਮੈਂ ਜਲੇ। ਆਮ ਤੌਰ 'ਤੇ ਤਾਂ ਸਾਰੀ ਦੁਨੀਆ ਹੀ ਫਿਕਰਾਂ ਦੇ ਵਿੱਚ ਰਹਿੰਦੀ ਹੈ। ਨਾਨਕ ਦੁਖੀਆ ਸਭ ਸੰਸਾਰ। ਜਿਹਨੇ ਨਾਮ ਦਾ ਸਹਾਰਾ ਨਹੀਂ ਲਿਆ, ਉਹਨੂੰ ਪਰੇਸ਼ਾਨੀ ਅਵੱਸ਼ ਹੀ ਹੋਵੇਗੀ। ਮਾਇਆ ਤ੍ਰਿਸ਼ਨਾ ਦਾ ਨਾਂ ਹੈ। ਦੁਨੀਆ ਦੇ ਵਿੱਚ ਖਿੱਚ ਵੱਖਰੇ ਵੱਖਰੇ ਰੰਗਾਂ ਦੀ, ਚਾਹੇ ਉਹ ਰੰਗ ਮੈਂ ਦਾ ਹੋਵੇ, ਈਗੋ ਦਾ, ਗਿਆਨ ਦਾ, ਧਿਆਨ ਦਾ, ਤਪ ਦਾ, ਜਪ ਦਾ, ਬਲ ਦਾ, ਸੁੰਦਰਤਾ ਦਾ, ਕੋਈ ਵੀ ਰੰਗ ਹੋਵੇ, ਮਾਇਆ ਦਾ ਹੀ ਰੰਗ ਹੈ। ਇੱਕੋ ਇੱਕ ਰੰਗ ਹੈ ਜਿਹਦੇ ਵਿੱਚ ਪ੍ਰਾਣੀ ਜਲਦਾ ਨਹੀਂ, ਕੁੜਦਾ ਨਹੀਂ, ਉਹ ਨਾਮ ਰੰਗ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਸਜ਼ਾ ਤਾਂ ਪਹਿਲਾਂ ਹੀ ਪ੍ਰਾਣੀ ਨੂੰ ਮਿਲੀ ਹੋਈ ਹੈ, ਜਦੋਂ ਉਹਨੂੰ ਮਾਤਾ ਦੇ ਗਰਭ ਦੇ ਵਿੱਚ ਆਉਣਾ ਪਿਆ ਹੈ। ਪਰ ਇਸ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ ਪ੍ਰਭੂ ਦੀ ਸਿਫਤ ਸਲਾਹ ਦੇ ਨਾਲ। ਪ੍ਰਾਣੀ ਫਿਰ ਡੋਲ ਜਾਂਦਾ ਹੈ, ਫਿਰ ਮਾਇਆ ਦੇ ਮਗਰ ਲੱਗ ਜਾਂਦਾ ਹੈ, ਕਿਉਂਕਿ 84 ਲੱਖ ਜੋਨ ਫਿਰ ਤਿਆਰ ਹੈ। ਉਸ ਲਾਈਫ ਸਾਈਕਲ ਦੇ ਵਿੱਚ ਰੀਕਾਰਨੇਸ਼ਨ ਸਿਸਟਮ ਦੇ ਵਿੱਚ ਫਿਰ ਪ੍ਰਵੇਸ਼ ਹੋ ਜਾਂਦਾ ਹੈ, ਕਿਉਂਕਿ ਆਪਣੀ ਗਰਦਨ ਉੱਚੀ ਕਰਦਾ ਹੈ, ਮੱਥੇ ਉੱਤੇ ਤਿਉੜੀਆਂ ਪਾਉਂਦਾ ਹੈ, ਗਰੀਬਾਂ ਉੱਤੇ ਆਪਣਾ ਦਾੜਾ ਖਿੱਚਦਾ ਹੈ, ਹੰਕਾਰ ਜਾਂਦਾ ਹੈ। ਇਸ ਤਰ੍ਹਾਂ ਦੇ ਪ੍ਰਾਣੀ ਨੂੰ ਮਾਇਆ ਦੇ ਛਲ ਦੇ ਵਿੱਚ ਪੈਂਦੇ ਪੈਂਦੇ ਤ੍ਰਿਸ਼ਨਾ ਸਤਾਉਂਦੀ ਹੈ, ਸੜਦਾ ਹੈ, ਹਰ ਰੋਜ਼ ਹੀ ਦੁੱਖ ਭੋਗਦਾ ਹੈ। ਸੰਤ ਕੈ ਦੂਖਨ ਸਭ ਕੋ ਛਲੇ। ਗੁਰੂ ਪਿਆਰਿਓ,
ਬਿੱਛੂ ਇੱਕ ਜਾਨਵਰ ਹੈ ਜਿਹਦਾ ਸੁਭਾਅ ਡੰਗ ਮਾਰਦਾ ਹੈ। ਉਹ ਡੰਗ ਇਸ ਕਰਕੇ ਨਹੀਂ ਮਾਰਦਾ ਕਿ ਉਹਦਾ ਕਿਸੇ ਨਾਲ ਬੈਰ ਹੈ, ਵਿਰੋਧ ਹੈ। ਜੇ ਉਹਦੀ ਕੋਈ ਸੇਵਾ ਵੀ ਕਰੇ ਤਦ ਵੀ ਉਹ ਡੰਗ ਮਾਰਦਾ ਹੈ, ਜੇ ਉਹਨੂੰ ਦੁਖੀ ਵੀ ਕੋਈ ਕਰੇ ਤਦ ਵੀ ਉਹ ਡੰਗ ਹੀ ਮਾਰਦਾ ਹੈ। ਬਿੱਛੂ ਦੇ ਸਮਾਨ ਹੈ ਨਿੰਦਕ, ਜਿਹੜਾ ਪ੍ਰਭੂ ਦੇ ਪਿਆਰਿਆਂ ਉੱਤੇ ਕੱਸਦਾ ਰਹਿੰਦਾ ਹੈ ਵੱਖਰੇ ਵੱਖਰੇ ਕੋਝੇ ਮਜ਼ਾਕ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਹਨੂੰ ਸਜ਼ਾ ਮਿਲਦੀ ਹੈ ਕਿ ਉਹ ਹਰ ਕਿਸੇ ਦੇ ਨਾਲ ਛਲ ਕਰਦਾ ਹੈ, ਬਿੱਛੂ ਦੀ ਤਰ੍ਹਾਂ ਹਰ ਕਿਸੇ ਦੇ ਡੰਗ ਮਾਰਦਾ ਹੈ। ਸੰਤ ਕੈ ਦੂਖਨ ਤੇਜ ਸਭ ਜਾਏ। ਤੇਜ ਜਿਹੜਾ ਦੁਨੀਆ ਦੇ ਵਿੱਚ ਰਸੂਖ ਹੈ, ਆਪਾਂ ਸਾਰੇ ਖਿੱਚ ਦੇ ਨਾਲ ਜੀ ਰਹੇ ਹਾਂ। ਕਿਸੇ ਨੂੰ ਕੋਈ ਖਿੱਚ ਹੈ, ਕਿਸੇ ਨੂੰ ਬੋਲਣ ਦੀ ਖਿੱਚ ਹੈ, ਕਿਸੇ ਨੂੰ ਸੁਣਨ ਦੀ ਖਿੱਚ ਹੈ, ਕਿਸੇ ਨੂੰ ਗਾਉਣ ਦੀ, ਕਿਸੇ ਨੂੰ ਲਿਖਣ ਦੀ। ਇਹ ਗ੍ਰੈਵੀਟੇਸ਼ਨ 'ਤੇ ਟਿਕਿਆ ਹੋਇਆ ਯੂਨੀਵਰਸ ਹਰ ਕੋਈ ਕਿਸੇ ਨਾ ਕਿਸੇ ਨੂੰ ਖਿੱਚ ਰਿਹਾ ਹੈ। ਇਸ ਖਿੱਚ ਨਾਲ ਤੇਜ ਪ੍ਰਾਪਤ ਹੁੰਦਾ ਹੈ। ਜੇ ਕੋਈ ਪ੍ਰਭੂ ਦਾ ਖਿੱਚਿਆ ਹੋਇਆ ਹੈ, ਉਹਦੇ ਚਿਹਰੇ ਉੱਤੇ ਵੱਖਰਾ ਤੇਜ ਹੈ। ਜੇ ਕੋਈ ਮਾਇਆ ਦਾ ਖਿੱਚਿਆ ਹੋਇਆ ਹੈ ਤਾਂ ਰੰਗ ਵੱਖਰਾ ਹੈ। ਜੇ ਕੋਈ ਦੁਨਿਆਵੀ ਪਿਆਰ ਦੇ ਵਿੱਚ ਪਿਆ ਹੋਇਆ ਹੈ ਤਾਂ ਉਹਦੀ ਨਜ਼ਾਕਤ ਵੱਖਰੀ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਨਿੰਦਕ ਹੈ ਜਿਹੜਾ ਉਹ ਇੱਕ ਬੁਝੇ ਹੋਏ ਦੀਵੇ ਦੇ ਸਮਾਨ ਹੈ। ਹਨੇਰਾ ਹੀ ਹਨੇਰਾ ਕਰੂਪ, ਚਿਹਰਾ ਬੁਝਿਆ ਜਿਵੇਂ ਇੱਕ ਥੱਕਿਆ ਹੋਇਆ ਖਲਨਾਇਕ ਹੋਵੇ। ਸੰਤ ਕੈ ਦੂਖਨ ਤੇਜ ਸਭ ਜਾਏ। ਸਾਰੇ ਦਾ ਸਾਰਾ ਰੰਗ ਰੂਪ ਚਿਹਰੇ ਦਾ ਗਵਾ ਲਿਆ ਨਿੰਦਿਆ ਕਰ ਕਰਕੇ। ਸੰਤ ਕੈ ਦੂਖਨ ਨੀਚ ਨਚਾਏ। ਉਹ ਨੀਚਾਂ ਤੋਂ ਵੀ ਨੀਚ ਬਣ ਜਾਂਦਾ ਹੈ। ਸੰਤਾਂ ਦਾ ਨਿੰਦਕ ਝੂਠਾ, ਬਕਾਰ, ਹਤਿਆਰਾ, ਪਰਮੇਸ਼ਰ ਦਾ ਨਕਾਰਿਆ ਹੋਇਆ, ਮਾਰਿਆ ਹੋਇਆ, ਘਟੀਆ ਤੋਂ ਘਟੀਆ ਇਨਸਾਨ ਦਾ ਰੂਪ ਧਾਰਨ ਕਰ ਲੈਂਦਾ ਹੈ। ਇੰਨੀ ਡੂੰਘੀ ਖਾਈ ਦੇ ਵਿੱਚ ਡਿੱਗ ਜਾਂਦਾ ਹੈ ਕਿ ਕੋਈ ਵੀ ਉਹਨੂੰ ਕੱਢਣ ਦੇ ਲਈ ਨਹੀਂ ਬੌੜਦਾ। ਚੀਕਾਂ ਮਾਰਦਾ ਹੈ, ਨੀਵਿਆਂ ਤੋਂ ਨੀਵਾਂ, ਕਮੀਨਿਆਂ ਤੋਂ ਕਮੀਨਾ ਬਣ ਜਾਂਦਾ ਹੈ, ਕਿਉਂਕਿ ਉਹਨੇ ਸਾਰੀ ਜ਼ਿੰਦਗੀ ਪ੍ਰਭੂ ਦੇ ਭਗਤਾਂ ਦੀ ਨਿੰਦਿਆ ਕੀਤੀ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜਿਹੜਾ ਸੰਤ ਦਾ ਸੇਵਕ ਹੈ, ਕਿਉਂਕਿ ਉਹ ਪ੍ਰਭੂ ਦਾ ਰੂਪ ਹੀ ਬਣ ਚੁੱਕਿਆ ਹੈ, ਪ੍ਰਭੂ ਨੇ ਸਾਰਾ ਕੁਝ ਉਹਨੂੰ ਬਖਸ਼ ਦਿੱਤਾ ਹੈ। ਨਿਰਭਉ ਹੈ, ਨਿਰਵੈਰ ਹੈ ਅਤੇ ਖਿਮਾ ਕਰਨ ਵਾਲਾ ਹੈ। ਜਿਹੜਾ ਉਹਦੇ ਨਾਲ ਵੈਰ ਕਰਦਾ ਹੈ ਉਹਨੂੰ ਵੀ ਬਖਸ਼ਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਬਹੁਤ ਹੀ ਪਿਆਰੀ ਜਿਹੜੀ ਇਸ ਦੁਨੀਆ ਦੀ ਧਿਰ ਹੈ, ਬਖਸ਼ੰਦ, ਮਾਫ ਕਰਨਾ, ਕਿਸੇ ਉੱਤੇ ਮਿਹਰ ਕਰਨੀ, ਉਹ ਪਿਆਰੀ ਬਾਤ ਸਾਨੂੰ ਸਮਝਾ ਰਹੇ ਹਨ। ਸੰਤ ਦੋਖੀ, ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਸੰਤ ਦੋਖੀ ਕਾ ਥੌ ਕੋਈ ਨਾ ਕੋ ਨਾਹੇ। ਬੇਸ਼ੱਕ ਸੰਤ ਦੇ ਦੋਖੀ ਦਾ ਕੋਈ ਥਾਂ ਨਹੀਂ ਰਹਿੰਦਾ।
ਨਿਤਰਾ ਹੋ ਜਾਂਦਾ ਹੈ, ਨੀਚ ਬਣ ਜਾਂਦਾ ਹੈ, ਕਮੀਨਾ ਬਣ ਜਾਂਦਾ ਹੈ, ਮੂੰਹ ਕਾਲਾ ਕਰ ਲੈਂਦਾ ਹੈ। ਬੇਸ਼ੱਕ ਹਰ ਕੋਈ ਉਹਦੇ ਵੱਲੋਂ ਦੂਸਰੇ ਪਾਸੇ ਮੂੰਹ ਕਰ ਲੈਂਦਾ ਹੈ ਕਿ ਚੁਗਲ ਹੈ, ਚੁਗਲਖੋਰ ਹੈ, ਪਰ ਗੁਰੂ ਦਾ ਪਿਆਰਾ ਜਿਹਦੀ ਉਹ ਨਿੰਦਿਆ ਕਰਦਾ ਹੈ, ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਨਾਨਕ ਸੰਤ ਭਾਵੈ ਤਾਂ ਉਹ ਪੀ ਗਤ ਪਾਏ। ਜੇ ਪ੍ਰਭੂ ਦਾ ਪਿਆਰਾ ਸਰਬੱਤ ਦਾ ਭਲਾ ਮੰਗਦਾ ਹੋਇਆ ਮਿਹਰ ਦੀ ਨਜ਼ਰ ਨਿੰਦਕ ਵੱਲ ਕਰ ਲਵੇ ਤਾਂ ਉਹਦੇ ਸਾਰੇ ਪਾਪ ਕੱਟੇ ਜਾਂਦੇ ਹਨ। ਗੁਰੂ ਪਿਆਰਿਓ, ਇੱਕ ਵੇਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੰਤ ਕੈ ਦੂਖਨ ਤੇ ਮੁਖ ਭਵੇ। By slandering the saints, man becomes very faced. We always see some people have tilted face. They cannot look straight. Always have guilty conscience. They always try it. But with God's grace, they cannot change themselves by even praying because they are punished. They were criticizing the lovers of God. Sant kੈ ਦੂਖਨ ਕਾਗ ਜਿਉ ਲਵੇ. The people who criticize the lovers of God by slandering the saints, he crow-like. He makes noise like a crow, a raven. Sant ke dukhan sarf jon pae. Crow and snake, they have a very, very long life. They are punished because they did a lot of criticizing. They hated the God lovers. They are given life like somebody is in prison, burning, being tortured. Crow and snake always beg to die so they can get rid of their dirty life. With Guru's grace, the person who criticizes saints, by slandering the saints, man gets a snake's life, snake's birth. Sant kੈ ਦੂਖਨ ਤਿਰਗਦ ਜੋਨ ਕਰਮਾਏ. By slandering the saints, he is born in worm-like creeping existences, like small creatures who always pull their body like they are crippled. Sant ke dukhan trishna mein jale. The people who criticize God's lovers, they always being punished. They are burning in material lust of this world, any lust, like fire. By slandering the saints, he burns in the fire of desire, lust. Sant ke dukhan sab ko shale. Trick, always cheat, fraud, by sweet talking, hurt the people,
hurt the feeling with false promises, hurt the feeling of overpowering the poor with mighty ego. God is not with the proud, with the egoful people. By slandering the saints, he burns in the fire of desire. By slandering the saints, the mortal deceives everyone. Sant ke dukhan tej sab jaye. By slandering the saints, man's entire influence is finished, departs away. Sant ke dukhan neech nachaye. By slandering the saints, man becomes the meanest of the mean, dirtiest of the dirty. Sant dokhi ka thau ko nahe. There is no place for slender man who criticize the God's lovers, God's reciting people. For the slanderer of the saint, there is no place of rest. He is always running like a machine. He don't have no peace, no patience. ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਸਮਝਾਇਆ ਹੈ ਕਿ ਜਿਹੜੇ ਸੁੱਖ ਨੂੰ ਦੁਨੀਆ ਸੁੱਖ ਸਮਝਦੀ ਹੈ, ਉਹ ਸੁੱਖ ਦੁੱਖ ਦਾ ਹੀ ਰੂਪ ਹੈ। ਸੰਸਾਰੀ ਦੁੱਖ ਤੇ ਸੁੱਖ ਇੱਕ ਸਿੱਕੇ ਦੇ ਦੋ ਪਾਸੇ ਹਨ। ਜਿਹੜਾ ਕੋਈ ਸਾਨੂੰ ਸੁੱਖ ਆਉਂਦਾ ਹੈ, ਉਹ ਕਈ ਸਾਰੇ ਦੁੱਖ ਨਾਲ ਹੀ ਲੈ ਕੇ ਆਉਂਦਾ ਹੈ। ਅਸੀਂ ਇਸ ਧਰਤੀ ਉੱਤੇ ਪ੍ਰਭੂ ਦੀ ਮਿਹਰ ਪ੍ਰਾਪਤ ਕਰਨ ਦੇ ਲਈ ਪੈਦਾ ਹੋਏ ਹਾਂ। ਉਹਨੇ ਮਿਹਰ ਕੀਤੀ ਹੈ, ਸਾਨੂੰ ਜਨਮ ਦਿੱਤਾ ਹੈ। ਮਨੁੱਖ ਧਰਤੀ 'ਤੇ ਆਇਆ ਹੈ ਲਾਹਾ ਲੈਣ ਨਾਮ ਦਾ, ਉਹਦੀ ਸਿਫਤ ਸਲਾਹ ਦਾ। ਉਹਦੀ ਸਿਫਤ ਸਲਾਹ ਦੇ ਨਾਲ ਹੀ ਪ੍ਰਾਣੀ ਤਰ ਸਕਦਾ ਹੈ ਇਸ ਭਵ ਸਾਗਰ ਨੂੰ। ਹਰ ਕੋਈ ਚਾਹੁੰਦਾ ਹੈ ਕਿ ਮੈਨੂੰ ਲੋਕ ਕਹਿਣ ਕਿ ਮੈਂ ਰੱਬ ਦੇ ਵਿੱਚ ਬਹੁਤ ਵਿਸ਼ਵਾਸ ਕਰਦਾ ਹਾਂ, ਮੈਂ ਆਸਤਕ ਹਾਂ, ਮੈਂ ਰੱਬ ਨੂੰ ਮੰਨਦਾ ਹਾਂ, ਮੈਂ ਆਪਣੇ ਧਾਰਮਿਕ ਅਸਥਾਨ 'ਤੇ ਹਮੇਸ਼ਾ ਜਾਂਦਾ ਹਾਂ। ਇਹ ਇੱਕ ਖਾਹਿਸ਼ ਹੈ ਪ੍ਰਾਣੀ ਦੇ ਦਿਲ ਦੇ ਵਿੱਚ, ਦਿਖਾਵਾ ਕਰਨ ਦੀ ਆਦਤ। ਇਸ ਗੱਲ ਨੂੰ ਵੀ ਨਹੀਂ ਛੱਡਦਾ ਕਿ ਪ੍ਰਭੂ ਦਿਖਾਵਾ ਪਸੰਦ ਨਹੀਂ ਕਰਦਾ। ਰਿਵਾਜ ਦੇ ਤੌਰ 'ਤੇ ਪ੍ਰਾਣੀ ਧਰਤੀ ਉੱਤੇ ਡਿੱਗ ਪੈਂਦਾ ਹੈ, ਲੱਭਾ ਪੈਂਦਾ ਹੈ, ਸਿਰ ਰਗੜਦਾ ਹੈ, ਮੱਥਾ ਰਗੜਦਾ ਹੈ, ਪਰ ਆਪਣੇ ਆਪ ਨੂੰ ਸਾਂਭਦਾ ਹੋਇਆ, ਆਪਣੇ ਆਪ ਨੂੰ ਬਚਾਉਂਦਾ ਹੋਇਆ। ਇੱਕ ਵੇਰ ਹੀ ਮੱਥਾ ਰਗੜਨਾ ਕਾਫੀ ਹੈ, ਇੱਕ ਵੇਰ ਹੀ ਸਿਰ ਪ੍ਰਭੂ ਨੂੰ ਦੇਣਾ ਕਾਫੀ ਹੈ ਉਹਦਾ ਪਿਆਰਾ ਬਣਨ ਦੇ ਲਈ। 13 ਅਪ੍ਰੈਲ 1699 ਨੂੰ ਪੰਜਾਂ ਨੇ ਇੱਕ ਵੇਰ ਹੀ ਸਿਰ ਦਿੱਤਾ ਹੈ। ਹਮੇਸ਼ਾ ਦੇ ਲਈ ਪਿਆਰੇ ਬਣ ਗਏ, ਪ੍ਰਭੂ ਦੇ ਪਿਆਰੇ ਦੁਲਾਰੇ। ਜਿੰਨੀ ਦੇਰ ਇਹ ਦੁਨੀਆ ਧਰਤੀ ਉੱਤੇ ਰਹੇਗੀ, ਓਨੀ ਦੇਰ ਪੰਜ ਪਿਆਰੇ ਵੀ ਅਮਰ ਰਹਿਣਗੇ, ਕਿਉਂਕਿ ਉਹਨਾਂ ਨੇ ਆਪਣੇ ਦਿਲੋਂ ਆਪਣੇ ਆਪ ਨੂੰ ਬਾਹਰ ਕੱਢ ਕੇ ਪ੍ਰਭੂ ਦਾ ਦਿੱਤਾ ਸਿਰ ਪ੍ਰਭੂ ਦੇ ਅੱਗੇ ਅਰਪਣ ਕਰ ਦਿੱਤਾ
ਤੇ ਕਲਗੀਆਂ ਵਾਲੇ ਪਿਤਾ ਨੇ ਉਹਨਾਂ ਨੂੰ ਆਪਣੇ ਪਿਆਰੇ ਤੇ ਦੁਲਾਰੇ ਬਣਾ ਲਿਆ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾਉਂਦੇ ਹਨ, ਕੀ ਫਾਇਦਾ ਹੈ ਟੇਢਾ ਸਿਰ ਕਰਕੇ ਤੁਰਨ ਦਾ, ਮੂੰਹ ਬਿੱਗਾ ਕਰਕੇ ਤੁਰਨ ਦਾ। ਚਾਹੇ ਕੁਦਰਤ ਦੀ ਕਰੋਪੀ ਨਾਲ ਮੂੰਹ ਬਿੱਗਾ ਹੋਵੇ, ਚਾਹੇ ਆਪਣੀ ਆਕੜ ਦੇ ਨਾਲ ਕੀਤਾ ਹੋਵੇ, ਮੂੰਹ ਤਾਂ ਬਿੱਗਾ ਹੀ ਹੈ। ਝੱਲਿਆ ਇਨਸਾਨਾਂ ਕਾਂ ਦੀ ਤਰ੍ਹਾਂ ਕਾਂ ਕਾਂ ਕਰਦਾ ਰਹਿੰਦਾ ਹੈ। ਵੱਡੀ ਵੱਡੀ ਆਸ ਲਗਾਈ ਬੈਠਾ ਹੈ ਕਿ ਮਾਇਆ ਤੋਂ ਜੁਦਾ ਨਾ ਹੋਵਾਂ। ਬੜਾ ਡੂੰਘਾ ਪਿਆਰ ਪਾਈ ਬੈਠਾ ਹੈ ਆਪਣੇ ਸੰਗੀਆਂ ਦੇ ਨਾਲ ਕਿ ਮੈਂ ਕਦੇ ਵੀ ਇੱਥੋਂ ਜੁਦਾ ਨਾ ਹੋਵਾਂ। ਪ੍ਰਭੂ ਨੇ ਤੈਨੂੰ ਦੇਖ ਲਿਆ, ਜੀਭ ਤੇਰੀ ਚੱਲਦੀ ਹੈ ਉਹਨਾਂ ਮਜ਼ਲੂਮਾਂ, ਉਹਨਾਂ ਗਰੀਬਾਂ ਨੂੰ ਭੰਡਣ ਦੇ ਲਈ, ਤੇ ਤੈਨੂੰ ਜੂਨ ਹੈ ਜਿਹੜੀ ਕਾਂ ਦੀ ਜਾਂ ਸੱਪ ਦੀ ਪ੍ਰਭੂ ਦਿੰਦਾ ਹੈ ਕਿ ਰੱਜ ਲੈ ਤੂੰ ਹੁਣ ਜੀ ਕੇ। ਇਸ ਜੀਣ ਨੂੰ ਆਵਾਜ਼ਾਂ ਮਾਰ ਮਾਰ ਕੇ ਬੇਨਤੀ ਕਰੇਗਾ ਕਿ ਮੈਨੂੰ ਮੌਤ ਆ ਜਾਵੇ। ਰੀਂਗੇਗਾ, ਘੜੀਸੇਗਾ ਆਪਣੇ ਆਪ ਨੂੰ, ਜਿਸ ਤਰ੍ਹਾਂ ਫੱਟੜ ਹੋਇਆ ਹੋਇਆ ਨਿੰਦਕ ਆਪਣੇ ਆਪ ਨੂੰ ਘੜੀਸਦਾ, ਲੋਕਾਂ ਨੂੰ ਬੇਨਤੀਆਂ ਕਰਦਾ ਹੈ ਕਿ ਮੈਨੂੰ ਇੱਧਰ ਨੂੰ ਖਿੱਚ ਲਵੋ। ਤੂੰ ਛਲਦਾ ਰਿਹਾ ਸਾਰੀ ਜ਼ਿੰਦਗੀ ਲੋਕਾਂ ਨੂੰ, ਠੱਗੀਆਂ ਮਾਰਦਾ ਰਿਹਾ, ਭੋਲਾ ਚਿਹਰਾ ਬਣਾ ਕੇ, ਪਰ ਹੁਣ ਤੂੰ ਭੱਠੀ ਦੇ ਵਿੱਚ ਜਲ ਰਿਹਾ, ਸੜ ਰਿਹਾ ਤ੍ਰਿਸ਼ਨਾ ਦੀ ਭੱਠੀ ਦੇ ਵਿੱਚ, ਮੋਹ ਦੀ ਭੱਠੀ ਦੇ ਵਿੱਚ, ਹੰਕਾਰ ਦੀ ਭੱਠੀ ਦੇ ਵਿੱਚ, ਕਿਉਂਕਿ ਤੈਂ ਹਰ ਕਿਸੇ ਦੇ ਨਾਲ ਠੱਗੀ ਮਾਰੀ ਹੈ। ਛਲਿਆ ਤੈਂ ਹਰ ਕਿਸੇ ਨੂੰ, ਚਿਹਰਾ ਤੇਰਾ ਮੁਰਝਾ ਗਿਆ, ਰੰਗ ਤੇਰਾ ਕਾਲਾ ਹੋ ਗਿਆ, ਅੱਖਾਂ ਦੇ ਵਿੱਚ ਤੇਜ ਨਹੀਂ, ਹਨੇਰਾ ਹਨੇਰਾ, ਕਿਉਂਕਿ ਤੈਂ ਪ੍ਰਭੂ ਦੇ ਪਿਆਰਿਆਂ ਦੀ ਨਿੰਦਿਆ ਕੀਤੀ ਹੈ, ਉਹਨਾਂ ਦਾ ਹਿਰਦਾ ਦਿਖਾਇਆ। ਬੇਸ਼ੱਕ ਉਹਨਾਂ ਨੇ ਤੈਨੂੰ ਕੁਝ ਵੀ ਨਹੀਂ ਕਿਹਾ, ਪਰ ਫਿਰ ਵੀ ਤੂੰ ਆਪਣੀ ਆਕੜ ਦੇ ਨਾਲ ਉਹਨਾਂ ਨੂੰ, ਗਰੀਬਾਂ ਨੂੰ ਘਰ ਦੇ ਅੰਦਰ ਬਾੜ ਦਿੱਤਾ, ਲਾਚਾਰਿਆਂ ਨੂੰ। ਪ੍ਰਭੂ ਨਾਰਾਜ਼ ਹੋ ਗਿਆ ਤੇਰੇ ਨਾਲ, ਤੂੰ ਦੁਸ਼ਟ ਬਣ ਗਿਆ, ਤੂੰ ਨੀਚ ਬਣ ਗਿਆ, ਤੂੰ ਕਮੀਨਾ ਬਣ ਗਿਆ, ਕਮੀਨਿਆਂ ਦਾ ਰਾਜਾ ਬਣ ਗਿਆ। ਫਿਰ ਵੀ ਜੇ ਤੈਨੂੰ ਆਸ ਹੈ ਇਸ ਜ਼ਿਲ੍ਹੇ 'ਚੋਂ ਨਿਕਲਣ ਦੀ, ਤਾਂ ਪ੍ਰਭੂ ਦੇ ਪਿਆਰਿਆਂ ਨੂੰ ਢੂੰਡ ਲੈ, ਲੱਭ ਲੈ ਜਾ ਕੇ ਕਿਸੇ ਨੂੰ, ਉਹ ਤੈਨੂੰ ਬਖਸ਼ ਸਕਦੇ ਹਨ। ਉਹਨਾਂ ਦੀ ਨਜ਼ਰ ਤੇਰੇ ਉੱਤੇ ਪੈ ਜਾਵੇ, ਤੇਰਾ ਬੁਝਿਆ ਹੋਇਆ ਚਿਹਰਾ ਮੁੜ ਕੇ ਪ੍ਰਕਾਸ਼ ਲੈ ਲਵੇਗਾ, ਤੂੰ ਮੁੜ ਕੇ ਗੁਰੂ ਦਾ ਪਿਆਰਾ ਬਣ ਜਾਵੇਗਾ। ਇਤਿਹਾਸ ਦੇ ਵਿੱਚ ਬਹੁਤ ਸਾਰੇ ਤੇਰੇ ਵਰਗੇ ਹੰਕਾਰੀ ਹੋਏ ਹਨ, ਤੇਰੇ ਵਰਗੇ ਕਮੀਨੇ ਹੋਏ ਹਨ, ਤੇਰੇ ਵਰਗੇ ਨੀਚ ਹੋਏ ਹਨ, ਪਰ ਜਦੋਂ ਗੁਰੂ ਨੇ ਉਹਨਾਂ ਨੂੰ ਬਖਸ਼ ਦਿੱਤਾ, ਗੁਰੂ ਨੇ ਮਿਹਰ ਕਰ ਦਿੱਤੀ, ਤੇ ਉਹ ਭਗਤ ਬਣ ਗਏ, ਪ੍ਰਭੂ ਦੇ ਸੇਵਕ ਬਣ ਗਏ। ਇਹ ਜੱਗ ਹੈ ਜਿਹੜਾ, ਇਹ ਨਿੰਦਕਾਂ ਦਾ ਨਹੀਂ, ਇਹ ਧਰਤੀ ਹੈ ਜਿਹੜੀ ਟਿਕੀ ਹੋਈ ਸਬਰ ਸੰਤੋਖ ਦੇ ਨਾਲ ਹੈ। ਉਹਨਾਂ ਦੀ ਭਗਤੀ ਦੇ ਨਾਲ ਇਹ ਸੰਸਾਰ ਚੱਲਦਾ ਹੈ। ਕੁਦਰਤ ਨੂੰ ਪਿਆਰ ਕਰਨ ਵਾਲਿਆਂ, ਪ੍ਰਭੂ ਨੂੰ ਧਿਆਉਣ ਵਾਲਿਆਂ ਦਾ ਸਬਰ ਸੰਤੋਖ ਇਸ ਸੰਸਾਰ ਨੂੰ ਸਾਂਭੀ ਬੈਠਾ ਹੈ। ਝੱਲਿਆ
ਤੂੰ ਕਿਹੜੇ ਪਾਸੇ ਤੁਰ ਪਿਆ। ਤੈਂ ਆਪਣੇ ਪਰਮੇਸ਼ਰ ਨੂੰ ਨਾਰਾਜ਼ ਕਰ ਲਿਆ, ਉਹਦੇ ਪਿਆਰਿਆਂ ਨੂੰ ਨਿੰਦ ਨਿੰਦ ਕੇ ਉਹਨਾਂ ਦਾ ਹੀ ਦੋਖੀ ਬਣ ਗਿਆ, ਜਿਹੜੇ ਦੁਨੀਆ ਨੂੰ ਤਾਰਦੇ ਹਨ, ਦੁਨੀਆ ਨੂੰ ਪਿਆਰ ਵੰਡਦੇ ਹਨ। ਕਦੇ ਵੀ ਕੋਈ ਲੇਟ ਨਹੀਂ ਹੁੰਦਾ, ਨੈਵਰ ਲੇਟ। ਕੌਡਾ ਰਾਖਸ਼, ਸੱਜਣ ਠੱਗ, ਵੱਡੇ ਵੱਡੇ ਡਾਕੂ ਬਾਲਮੀਕ ਵਰਗੇ ਮੁੜ ਆਏ ਪਿੱਛੇ ਮੁੜ ਆਏ, ਭਗਤ ਬਣ ਗਏ, ਗੁਰੂ ਦੇ ਪਿਆਰੇ ਬਣ ਗਏ, ਦੁਲਾਰੇ ਬਣ ਗਏ, ਬਖਸ਼ਣ ਯੋਗ ਬਣ ਗਏ। ਉਹਦੀ ਬਖਸ਼ਿਸ਼ ਲੈ ਕੇ ਜਿਵੇਂ ਦੁਨੀਆ ਦੇ ਵਿੱਚ ਕੋਈ ਡਾਕਟਰ ਵੱਡਾ ਇਲਾਜ ਕਰਦਾ ਦੀਰਘ ਰੋਗਾਂ ਦਾ, ਲੋਕ ਸਤਿਕਾਰ ਕਰਦੇ ਹਨ, ਉਹਦੇ ਉੱਤੇ ਮਾਣ ਕਰਦੇ ਹਨ ਕਿ ਪ੍ਰਭੂ ਨੇ ਇਹਨੂੰ ਕਿੰਨਾ ਰੁਤਬਾ ਬਖਸ਼ਿਆ ਹੈ, ਸੰਸਾਰ ਦੀ ਸੇਵਾ ਕਰਦਾ ਹੈ। ਕੋਈ ਉਹ ਤੋਂ ਗੁਰ ਸਿੱਖਣ ਵਾਲਾ, ਉਹਦੇ ਥੱਲੇ ਸਮਾਨ ਫੜਾਉਣ ਵਾਲਾ ਉਹਦੀ ਕਲਾ ਨੂੰ ਦੇਖਦਾ ਹੈ, ਉਸੇ ਤਰ੍ਹਾਂ ਹੀ ਸੇਵਾ ਕਰਦਾ ਹੈ। ਪ੍ਰਭੂ ਵੀ ਇਸੇ ਤਰ੍ਹਾਂ ਹੈ। ਪਿਆਰਿਆ, ਤੂੰ ਲੇਟ ਨਹੀਂ, ਬਦਲ ਲੈ ਆਪਣੇ ਆਪ ਨੂੰ, ਲੱਭ ਲੈ ਕਿਸੇ ਗੁਰੂ ਦੇ ਪਿਆਰੇ ਨੂੰ, ਜਿਹਨੇ ਰਾਹ ਲੱਭਿਆ ਹੋਇਆ ਹੈ, ਉਹ ਤੋਂ ਰਾਹ ਪੁੱਛ ਲੈ, ਜਾਂ ਤੇਰੀ ਉਂਗਲੀ ਫੜ ਕੇ ਸਿੱਧਾ ਉਹਦੇ ਦੁਆਰੇ ਉੱਤੇ ਲੈ ਜਾਵੇਗਾ। ਪਖੰਡ 'ਚ ਕੀ ਪਿਆ, ਦਿਖਾਵੇ 'ਚੋਂ ਕੀ ਖੱਟਿਆ। ਹੁਣ ਦੂਸਰਾ ਸਵਾਦ ਮਹਾਂ ਆਨੰਦ ਵਾਲਾ ਵੀ ਦੇਖ ਲੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਮਹਿਮਾ ਕੀਤੀ ਹੈ ਪ੍ਰਭੂ ਦੀ, ਸੰਤ ਦੀ, ਸੇਵਕ ਦੀ, ਜਨ ਦੀ, ਦਾਸ ਦੀ, ਤੇ ਜਿਹੜੇ ਉਹਨਾਂ ਉੱਤੇ ਕੋਝੇ ਮਜ਼ਾਕ ਕਰਦੇ ਹਨ, ਉਹਨਾਂ ਨੂੰ ਸੱਚੇ ਪਾਤਸ਼ਾਹ ਦੀ ਕਰੋਪੀ ਸਹਿਣੀ ਪੈਂਦੀ ਹੈ। ਸਾਨੂੰ ਇਹ ਸਮਝਾਇਆ ਹੈ, ਕਦੇ ਭੁੱਲ ਕੇ ਵੀ ਕਿਸੇ ਵੱਲ ਉਂਗਲੀ ਨਾ ਕਰ, ਤੇਰੇ ਵੱਲ ਸੰਸਾਰ ਦੀਆਂ ਉਂਗਲਾਂ ਉੱਠਣਗੀਆਂ। ਗੁਰੂ ਦੀ ਬਖਸ਼ਿਸ਼ ਮੰਗ, ਸੱਚੇ ਪਾਤਸ਼ਾਹ ਦੀ ਮਿਹਰ ਮੰਗ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।